ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਮਹਾਂਪੁਰਖ ਇਸ ਸੰਸਾਰ ਦੇ ਵਿੱਚ ਬਹੁਤ ਬਿਰਲੇ ਹੁੰਦੇ ਆ। ਅਗਰ ਕੋਈ ਮਹਾਂਪੁਰਖਾਂ ਦੇ ਦਰਸ਼ਨ ਕਰਨਾ ਚਾਹੇ ਤੇ ਜਦ ਤੱਕ ਵਾਹਿਗੁਰੂ ਜੀ ਦੀ ਕਿਰਪਾ ਤੇ ਉਹਦੀ ਅਸੀਸ ਉਸ ਨੂੰ ਪ੍ਰਾਪਤ ਨਹੀਂ ਹੁੰਦੀ, ਤਦ ਤੱਕ ਇਹ ਦਰਸ਼ਨ ਬੜੇ ਦੁਰਲੱਭ ਹੁੰਦੇ ਆ। ਪਰ ਦਰਸ਼ਨ ਕਰਕੇ ਅਗਰ ਉਹ ਇਹੋ ਜਿਹੇ ਮਹਾਂਪੁਰਖਾਂ ਦੀ ਸੇਵਾ ਦੇ ਵਿੱਚ ਆਪਣਾ ਜੀਵਨ ਸਮਰਪਿਤ ਕਰ ਦੇਣ ਤੇ ਫਿਰ ਭਾਈ ਜਿਹੜੇ ਮਹਾਂਪੁਰਖ ਆ ਉਹਨਾਂ ਦੀ ਲੋਕ ਤੇ ਪਰਲੋਕ ਦੀ ਜ਼ਿੰਮੇਵਾਰੀ ਆਪ ਚੱਕ ਲੈਂਦੇ ਆ। ਕਿਉਂਕਿ ਇਹੋ ਜਿਹੇ ਮਹਾਂਪੁਰਖ ਜਿੱਥੇ ਤਰਕਾਲਦਰਸ਼ੀ ਹੁੰਦੇ ਆ, ਉੱਥੇ ਨਾਲ ਉਸ ਜਗਿਆਸੂ ਦੇ ਰੱਖਿਅਕ ਵੀ ਬਣ ਜਾਂਦੇ ਆ। ਸੋ ਉਹ ਆਪਣੇ ਆਪ ਨੂੰ ਦੁਨੀਆ ਵਿੱਚ ਨਾ ਜਣਾਉਂਦੇ ਹੋਏ ਵੀ ਭੂਤ ਭਵਿੱਖ ਵਰਤਮਾਨ ਸਭ ਕਾਲ ਦੀ ਜੋ ਗਤੀਵਿਧੀ ਹੈ ਉਹਨਾਂ ਦੀ ਨਜ਼ਰ ਦੇ ਵਿੱਚ ਰਹਿੰਦੀ ਆ। ਇਹੋ ਜਿਹੇ ਮਹਾਤਮਾ ਸਰਬ ਵਿਆਪਕ ਹੁੰਦੇ ਆ। ਇਹੋ ਜਿਹੇ ਮਹਾਤਮਾ ਨੂੰ ਸੰਸਾਰ ਵਿੱਚ ਆਉਣ ਵਾਲੀਆਂ ਘਟਨਾਵਾਂ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਅਤੇ ਇਹਨਾਂ ਘਟਨਾਵਾਂ ਤੋਂ ਉਹ ਮਹਾਂਪੁਰਖ ਕਿਵੇਂ ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਆਪਣੇ ਸੇਵਕਾਂ ਦੀ ਲਾਜ ਰੱਖ ਲੈਂਦੇ ਆ। ਉਹਨਾਂ ਨੂੰ ਇਹਨਾਂ ਹੋ ਰਹੀਆਂ ਅਣਹੋਣੀਆਂ ਘਟਨਾਵਾਂ ਤੋਂ ਆਪ ਹੱਥੀਂ ਬਚਾ ਲੈਂਦੇ ਆ। ਇਸ ਦੀ ਇੱਕ ਜੋ ਵਿਚਾਰ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਇੱਕ ਬੀਬੀ ਹੈ ਨਾ, ਕਿਸੇ ਮਹਾਂਪੁਰਖਾਂ ਮਹਾਤਮਾ ਦੇ ਪ੍ਰਤੀ ਸਮਰਪਿਤ ਸੀਗੀ ਆਪਣੇ ਪੂਰੇ ਪਰਿਵਾਰ ਦੇ ਨਾਲ ਅਤੇ ਸੰਗਤ ਦੀ ਸੇਵਾ ਕਰਦੀ ਸੀ। ਅਤੇ ਇਸ ਤਰ੍ਹਾਂ ਉਹਨੂੰ ਕਾਫੀ ਟਾਈਮ ਜਿਹੜੀ ਸੀ ਉਹ ਸੇਵਾ ਕਰਦੀ ਨੂੰ ਹੋ ਗਿਆ। ਇੱਕ ਦਿਨ ਜਦ ਉਹ ਲੰਗਰ ਹਾਲ ਦੇ ਵਿੱਚ ਬਰਤਨਾਂ ਦੀ ਸੇਵਾ ਕਰ ਰਹੇ ਸੀ ਅਤੇ ਮਹਾਂਪੁਰਖ ਆਪਣੇ ਕੁਟੀਆ ਦੇ ਵਿੱਚੋਂ ਅਚਨਚੇਤ ਬਾਹਰ ਆਏ ਅਤੇ ਆ ਕੇ ਸੰਗਤ ਨੂੰ ਕਹਿੰਦੇ ਵੀ ਉਹ ਜਿਹੜੀ ਬੀਬੀ ਆਪਣੇ ਇੱਥੇ ਸੇਵਾ ਕਰਦੀ ਉਹ ਕਿੱਥੇ ਆ। ਅਤੇ ਸੰਗਤਾਂ ਨੇ ਬੜੇ ਨਿਮਰਤਾ ਭਾਵ ਨਾਲ ਦੱਸਿਆ ਕਿ ਮਹਾਂਪੁਰਖੋ ਉਹ ਲੰਗਰ ਹਾਲ ਦੇ ਵਿੱਚ ਬਰਤਨਾਂ ਦੀ ਸਫਾਈ ਕਰ ਰਹੀ ਆ। ਦੇਖੋ, ਮਹਾਂਪੁਰਖ ਉਸੇ ਟਾਈਮ ਸਿੱਧੇ ਉਸ ਬੀਬੀ ਦੇ ਪਾਸ ਲੰਗਰ ਹਾਲ 'ਚ ਪਹੁੰਚੇ ਅਤੇ ਪਹੁੰਚ ਕੇ ਉਸ ਬੀਬੀ ਨੂੰ ਆਵਾਜ਼ ਮਾਰ ਕੇ ਕਹਿਣ ਲੱਗੇ, ਬੀਬਾ ਇਸ ਤਰ੍ਹਾਂ ਕਰ ਵੀ ਜਿੰਨੀ ਵੀ ਜਲਦੀ ਹੋ ਸਕਦਾ ਹੈ ਨਾ ਤੂੰ ਹੁਣੇ ਹੀ ਜਾ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਸਾਹਿਬ ਰਖਵਾ ਦੇ। ਇਹ ਕਿ ਕਹਿ ਕੇ ਹਨ ਜਿਹੜੇ ਮਹਾਂਪੁਰਖ ਸੀਗੇ ਜਦ ਪਿੱਛੇ ਨੂੰ ਮੋੜਨ ਲੱਗੇ ਅਤੇ ਉਹ ਬੀਬੀ ਨੇ ਉਸੇ ਟਾਈਮ ਬਿਨਾਂ ਕੋਈ ਪ੍ਰਸ਼ਨ ਕੀਤਿਆਂ ਬਿਨਾਂ ਕੋਈ ਗੱਲ ਕੀਤਿਆਂ ਹੱਥ ਜੋੜ ਕੇ ਸਤਿਨਾਮ ਆਖਿਆ ਅਤੇ ਆਖਿਆ ਜੀ ਸਤ ਵਚਨ ਹੈ। ਪਰ ਦੇਖੋ, ਜਦੋਂ ਮਹਾਂਪੁਰਖਾਂ ਨੇ ਉਸ ਬੀਬੀ ਨੂੰ ਅਖੰਡ ਪਾਠ ਸਾਹਿਬ ਕਰਾਉਣ ਲਈ ਕਿਹਾ ਸੀਗਾ, ਉਸ ਟਾਈਮ ਤਕਰੀਬਨ ਸ਼ਾਮ ਪੈ ਚੁੱਕੀ ਸੀ। ਆਮ ਤੌਰ 'ਤੇ ਆਪਾਂ ਸੰਸਾਰੀ ਕਾਰਜਾਂ ਵਾਸਤੇ ਦੇਖਦੇ ਹਾਂ ਕਿ ਅਗਰ ਆਪਾਂ ਅਖੰਡ ਪਾਠ ਸਾਹਿਬ ਕਰਾਉਣਾ ਹੋਵੇ ਤਾਂ ਪਹਿਲਾ ਦਿਨ ਤਰੀਕ ਨਿਸ਼ਚਿਤ ਕੀਤੀ ਜਾਂਦੀ ਆ। ਉਸ ਤੋਂ ਬਾਅਦ ਪੂਰੇ ਪਰਿਵਾਰ ਦੇ ਨਾਲ ਸਲਾਹ ਕਰਕੇ ਸਾਰੇ ਕਾਰਜ ਕੀਤੇ ਜਾਂਦੇ ਆ। ਸੋ ਇਸ ਤਰ੍ਹਾਂ ਜਿਹੜੇ ਪ੍ਰਬੰਧ ਉਹ ਪਹਿਲਾਂ ਕੀਤੇ ਜਾਂਦੇ, ਪਰ ਅਚਨਚੇਤ ਉਹ ਵੀ ਸ਼ਾਮ ਦੇ ਵਕਤ ਜਦੋਂ ਮਹਾਂਪੁਰਖ ਇਹ ਗੱਲ ਕਹਿ ਦੇਣ ਕਿ ਤੁਸੀਂ ਹੈ ਨਾ ਜਿੰਨੀ ਜਲਦੀ ਹੋ ਸਕੇ ਆਪਣੇ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਕਰਾਓ, ਅਤੇ ਇਹਦਾ ਮਤਲਬ ਇਹ ਹੁੰਦਾ ਹੈਗਾ ਕਿ ਮਹਾਂਪੁਰਖਾਂ ਦਾ ਇੱਕ ਸੰਕੇਤ ਹੁੰਦਾ ਹੈਗਾ ਕਿ ਕੋਈ ਨਾ ਕੋਈ ਘਰ ਦੇ ਵਿੱਚ ਵਿਪਤਾ ਆਉਣ ਵਾਲੀ ਆ। ਇਸ ਕਰਕੇ ਉਹ ਮਹਾਂਪੁਰਖ ਹੀ ਜਾਣਦੇ ਆ। ਪਰ ਜਿਹੜੇ ਗੁਰਮੁਖ ਪਿਆਰੇ ਸਤ ਬਚਨਾਂ ਦੇ ਧਾਰਨੀ ਹੁੰਦੇ ਆ, ਉਹ ਕੋਈ ਮਹਾਂਪੁਰਖਾਂ ਦੇ ਪ੍ਰਤੀ ਕਿਸੇ ਤਰ੍ਹਾਂ ਦਾ ਕੋਈ ਸਵਾਲ ਜਵਾਬ ਨਹੀਂ ਕਰਦੇ, ਬਸ ਜੋ ਕਹਿਤਾ ਹੈਗਾ ਉਹਦੇ 'ਤੇ ਫੁੱਲ ਚਾੜ ਦਿੰਦੇ ਆ। ਇਸ ਤਰ੍ਹਾਂ ਉਹ ਬੀਬੀ ਨੇ ਮਹਾਂਪੁਰਖਾਂ ਦਾ ਸਤ ਬਚਨ ਮੰਨਿਆ। ਸਤ ਬਚਨ ਮੰਨ ਕੇ ਉਸੇ ਟਾਈਮ ਮਹਾਂਪੁਰਖਾਂ ਨੇ ਕਿਹਾ ਸੀਗਾ, ਇਹ ਜਿਹੜੇ ਬਰਤਨ ਤੂੰ ਸਾਫ਼ ਕਰਦੀਆਂ ਇਸ ਨੂੰ ਇੱਥੇ ਬੰਦ ਕਰ ਦੇ, ਕੋਈ ਹੋਰ ਸੇਵਾਦਾਰ ਆ ਕੇ ਇੱਥੇ ਇਹਨਾਂ ਬਰਤਨਾਂ ਦੀ ਸੇਵਾ ਕਰ ਲਊਗਾ, ਤੂੰ ਜਲਦੀ ਨਾਲ ਜਾ ਕੇ ਘਰ ਪਹਿਲਾਂ ਅਖੰਡ ਪਾਠ ਸਾਹਿਬ ਕਰਾ ਦੇ। ਦੇਖੋ, ਬੀਬੀ ਜਿਹੜੀ ਸੀ ਉਹ ਆਪਣੇ ਘਰ ਪਹੁੰਚੀ। ਘਰ ਪਹੁੰਚ ਕੇ ਉਹ ਬੀਬੀ ਸਿੱਧੀ ਗੁਰਦੁਆਰੇ ਸਾਹਿਬ ਗਈ ਅਤੇ ਉੱਥੇ ਜਿਹੜੇ ਗ੍ਰੰਥੀ ਸਿੰਘ ਸੀ ਉਹਨਾਂ ਨਾਲ ਵਿਚਾਰ ਕੀਤੀ ਵੀ ਮੈਂ ਅਖੰਡ ਪਾਠ ਸਾਹਿਬ ਕਰਾਉਣਾ ਹੈ। ਸੋ ਗ੍ਰੰਥੀ ਸਿੰਘ ਕਹਿਣ ਲੱਗਾ ਕਿ ਅਸੀਂ ਕੋਈ ਗੱਲ ਨਹੀਂ, ਸਵੇਰੇ ਅਖੰਡ ਪਾਠ ਸਾਹਿਬ ਕਰ ਦਿੰਦੇ ਹਾਂ, ਕਿਉਂਕਿ ਹੁਣ ਤਾਂ ਜਿਹੜੇ ਗ੍ਰੰਥੀ ਸਿੰਘ ਹੈਗੀ ਆ ਉਹਨਾਂ ਦੀ ਤਾਂ ਘਾਟ ਹੈਗੀ ਆ। ਪਰ ਬੀਬੀ ਨੇ ਕਿਹਾ ਕਿ ਸਵੇਰ ਦੀ ਗੱਲ ਨਹੀਂ ਆ, ਮੈਂ ਹੁਣੇ ਅਖੰਡ ਪਾਠ ਸਾਹਿਬ ਕਰਾਉਣਾ ਹੈਗਾ ਅਤੇ ਇਸ ਕਰਕੇ ਤੁਸੀਂ ਜਿਵੇਂ ਵੀ ਹੋ ਸਕਦਾ ਹੈ ਨਾ ਇਸ ਅਖੰਡ ਪਾਠ ਸਾਹਿਬ ਦਾ ਪ੍ਰਬੰਧ ਕਰ ਦਿਓ। ਪਰ ਜਦ ਗ੍ਰੰਥੀ ਸਿੰਘ ਨੇ ਟਾਈਮ ਦੇਖਿਆ ਤਾਂ ਉਸ ਟਾਈਮ ਸ਼ਾਮ ਦੇ 5 ਵਜੇ ਸੀਗੇ। ਜਦ ਸ਼ਾਮ ਦੇ 5 ਵਜੇ ਸੀਗੇ ਤਾਂ ਗ੍ਰੰਥੀ ਸਿੰਘ ਕਹਿਣ ਲੱਗਾ ਕਿ ਇਸ ਟਾਈਮ ਤਾਂ ਸ਼ਾਮ ਦੇ 5 ਵੱਜ ਗਏ। ਉਹ ਬੀਬੀ ਕਹਿਣ ਲੱਗੀ ਕਿ ਮੈਂ ਇਹ ਨਹੀਂ ਜਾਣਦੀ, ਬਸ ਮੈਨੂੰ ਹੁਕਮ ਹੈਗਾ ਕਿ ਜਿੰਨੀ ਵੀ ਜਲਦੀ ਹੋ ਸਕੇ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਕਰਾ ਦਿਓ। ਇਸ ਕਰਕੇ ਤੁਸੀਂ ਭੇਟਾ ਦਾ ਕੋਈ ਫਿਕਰ ਨਾ ਕਰੋ, ਜਿੰਨੀ ਵੀ ਭੇਟਾ ਹੋਊਗੀ ਮੈਂ ਵਿੱਤੋਂ ਵੱਧ ਦਊਂਗੀ, ਬਸ ਮੈਂ ਤਾਂ ਸਿਰਫ ਮਹਾਂਪੁਰਖਾਂ ਦੇ ਬਚਨਾਂ ਦੀ ਪਾਲਣਾ ਕਰਨੀ ਆ। ਦੇਖੋ, ਜਦ ਇਹ ਗੱਲ ਹੋਈ ਆ ਅਤੇ ਉਸੇ ਟਾਈਮ ਉਹਦੇ ਪਿੰਡ ਦੇ ਗ੍ਰੰਥੀ ਸਿੰਘ ਨੇ ਜਿਹੜੇ ਉਹਦੇ ਮਿੱਤਰ ਗ੍ਰੰਥੀ ਸਿੰਘ ਸੀ ਉਹਨਾਂ ਨਾਲ ਫੋਨ 'ਤੇ ਗੱਲਬਾਤ ਕੀਤੀ। ਗੱਲ ਕੀ ਆ, ਅਖੰਡ ਪਾਠ ਸਾਹਿਬ ਦਾ ਸਾਰਾ ਜਿਹੜਾ ਸੀ ਉਹ ਪ੍ਰਬੰਧ ਕੀਤਾ ਗਿਆ। ਪ੍ਰਬੰਧ ਕਰਨ ਤੋਂ ਬਾਅਦ ਉਸ ਬੀਬੀ ਦੇ ਘਰ ਸ਼ਾਮ ਨੂੰ 5 ਵਜੇ ਫਿਰ ਅਖੰਡ ਪਾਠ ਜਿਹੜਾ ਸੀਗਾ ਉਹ ਰਾਤਾ ਗਿਆ ਅਤੇ ਸ਼ੁਰੂ ਹੋ ਗਿਆ।
ਜਦੋਂ ਅਖੰਡ ਪਾਠ ਸਾਹਿਬ ਸ਼ੁਰੂ ਹੋ ਗਿਆ ਤੇ ਉਸ ਬੀਬੀ ਨੇ ਫਿਰ ਉਸੇ ਟਾਈਮ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਤੇ ਉਸ ਨੂੰ ਇਸ ਅਖੰਡ ਪਾਠ ਦੇ ਪ੍ਰਤੀ ਰੱਖਣ ਦੀ ਜਿਹੜੀ ਸਾਰੀ ਗੱਲਬਾਤ ਸੀ ਉਹ ਦੱਸੀ। ਉਸ ਤੋਂ ਬਾਅਦ ਉਹਦਾ ਘਰ ਵਾਲਾ ਜਿਹੜਾ ਦੂਰ ਕਿਤੇ ਕੰਮ 'ਤੇ ਗਿਆ ਸੀ ਉਹ ਵੀ ਫਿਰ ਜਿਹੜੇ ਸੀ ਉਹ ਘਰ ਪਹੁੰਚ ਗਿਆ। ਇਸ ਤਰ੍ਹਾਂ ਕਰਦੇ ਕਰਦੇ 3 ਦਿਨ ਜਿਹੜਾ ਸੀ ਅਖੰਡ ਪਾਠ ਸਾਹਿਬ ਘਰ ਦੇ ਵਿੱਚ ਚੱਲਦਾ ਰਿਹਾ। 3 ਦਿਨਾਂ ਬਾਅਦ ਕਿਉਂਕਿ ਸ਼ਾਮ ਨੂੰ ਰੱਖਿਆ ਸੀਗਾ, ਇਸ ਕਰਕੇ ਸ਼ਾਮ ਨੂੰ ਭੋਗ ਪੈਣਾ ਸੀਗਾ। ਜਦ ਸੰਪੂਰਨ ਬਾਣੀ ਪੜ੍ਹੀ ਗਈ ਤੇ ਸ਼ਾਮ ਨੂੰ ਭੋਗ ਪਿਆ। ਭੋਗ ਪੈਣ ਤੋਂ ਬਾਅਦ ਫਿਰ ਸਾਰੀ ਸੰਗਤ ਜਿਹੜੀ ਉਸ ਟਾਈਮ ਅਖੰਡ ਪਾਠ ਸਾਹਿਬ 'ਤੇ ਹਾਜ਼ਰ ਹੋਈ ਸੀ ਉਸ ਨੂੰ ਲੰਗਰ ਛਕਾਉਣਾ ਸੀਗਾ ਸਾਰੇ ਪਰਿਵਾਰ ਨੇ। ਜਦ ਲੰਗਰ ਛਕਾਉਣਾ ਸੀਗਾ ਅਚਨਚੇਤ ਫਿਰ ਉਹ ਜਿਹੜੀ ਬੀਬੀ ਸੀ ਉਹਦਾ ਇੱਕੋ ਇੱਕ ਲੜਕਾ ਜਿਹੜਾ ਏਅਰ ਫੋਰਸ ਦੇ ਵਿੱਚ ਉਹਨਾਂ ਟਾਈਮਾਂ ਦੇ ਵਿੱਚ ਪਾਇਲਟ ਦੀ ਸਿਖਲਾਈ ਲੈ ਰਿਹਾ ਸੀਗਾ, ਉਸ ਨੇ ਆਪਣੀ ਮਾਤਾ ਨੂੰ ਫੋਨ ਕੀਤਾ। ਜਦ ਉਹ ਜਿਹੜਾ ਅਰੇਂਜ ਫੋਨ ਹੁੰਦਾ ਸੀ ਉਹਨਾਂ ਟਾਈਮਾਂ ਦੇ ਵਿੱਚ, ਉਸ ਅਰੇਂਜ ਫੋਨ ਤੋਂ ਬਾਅਦ ਜਦ ਆਪਣੀ ਮਾਤਾ ਨੂੰ ਜਿਹੜਾ ਸੀਗਾ ਉਹ ਫੋਨ ਕੀਤਾ ਤੇ ਜਦ ਇਹਨਾਂ ਦੀ ਮਾਤਾ ਨੇ ਫੋਨ ਚੱਕਿਆ ਤੇ ਇਹ ਤਾਂ ਜਿਹੜਾ ਲੜਕਾ ਸੀਗਾ ਉਹ ਫੋਨ ਦੇ ਉੱਤੇ ਜਿਹੜਾ ਸੀ ਉਹ ਜ਼ਾਰ-ਜ਼ਾਰ ਰੋ ਰਿਹਾ ਸੀ। ਜਦ ਰੋ ਰਿਹਾ ਸੀ ਉਹ ਮਾਤਾ ਜਿਹੜੀ ਸੀ ਉਹ ਸੁਣ ਕੇ ਬੜੀ ਹੈਰਾਨ ਹੋਈ, ਕਹਿਣ ਲੱਗੀ ਕਿ ਬੇਟਾ ਕੀ ਗੱਲ ਹੋਈ ਆ ਤੇ ਤੂੰ ਫੋਨ 'ਤੇ ਚੰਗੀ ਤਰ੍ਹਾਂ ਗੱਲ ਕਿਉਂ ਨਹੀਂ ਕਰਦਾ ਹੈਗਾ। ਤੇ ਫਿਰ ਉਸ ਬੇਟੇ ਨੇ ਦੱਸਿਆ ਸੀ, ਕਹਿੰਦੇ ਵੀ ਮਾਤਾ ਜੀ ਤੁਸੀਂ ਇਸ ਤਰ੍ਹਾਂ ਕਰੋ, ਹੁਣੇ ਜਾਓ, ਹੁਣੇ ਜਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ਼ੁਕਰੀਆ ਕਰਕੇ ਆਓ ਅਤੇ ਤੁਸੀਂ ਉੱਥੇ ਪ੍ਰਸ਼ਾਦ ਕਰਾ ਕੇ ਆਇਓ, ਮੈਂ ਤੁਹਾਨੂੰ ਘਟਨਾ ਬਾਅਦ ਦੇ ਵਿੱਚ ਦੱਸਦਾ ਹੈਗਾ। ਜਦ ਇੰਨੀ ਗੱਲ ਹੋਈ ਸੀ ਫਿਰ ਮਾਤਾ ਜੀ ਨੇ ਆਪਣੇ ਬੇਟੇ ਨੂੰ ਕਿਹਾ ਸੀਗਾ, ਬੇਟਾ ਵੀ ਅਸੀਂ ਤਾਂ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਕਰਾਇਆ ਹੈਗਾ, ਕਿਉਂਕਿ ਮੈਂ ਤੈਨੂੰ ਦੱਸਣ ਵਾਲੀ ਸੀਗੀ ਪਰ ਫੋਨ ਦਾ ਜਿਹੜਾ ਸੀਗਾ ਕੋਈ ਪ੍ਰਬੰਧ ਨਹੀਂ ਹੋ ਸਕਿਆ। ਹੁਣੇ ਹੀ ਅਖੰਡ ਪਾਠ ਸਾਹਿਬ ਦਾ ਭੋਗ ਪਿਆ ਹੈ ਅਤੇ ਜਿੰਨੀਆਂ ਵੀ ਸੰਗਤਾਂ ਸਾਡੇ ਘਰ ਪਰਿਵਾਰ ਦੇ ਵਿੱਚ ਅਖੰਡ ਪਾਠ ਸਾਹਿਬ ਦੀ ਬਾਣੀ ਸਰਵਣ ਕਰਨ ਆਈਆਂ ਅਤੇ ਅਸੀਂ ਉਹਨਾਂ ਨੂੰ ਲੰਗਰ ਛਕਾਉਣ ਦੀ ਤਿਆਰੀ ਕਰ ਰਹੇ ਹਾਂ। ਜਦ ਇੰਨੀ ਗੱਲ ਹੋਈ ਹੈ ਤਾਂ ਫਿਰ ਉਸ ਬੇਟੇ ਨੇ ਪੁੱਛਿਆ ਸੀਗਾ, ਕਹਿੰਦੀ ਮਾਤਾ ਵੀ ਇਹ ਤੁਹਾਨੂੰ ਕਿਹਨੇ ਕਿਹਾ ਅਖੰਡ ਪਾਠ ਰੱਖਣ ਵਾਸਤੇ। ਤਾਂ ਫਿਰ ਉਹ ਬੀਬੀ ਨੇ ਦੱਸਿਆ ਸੀਗਾ ਕਿ ਜਿਨ੍ਹਾਂ ਮਹਾਂਪੁਰਖਾਂ ਦੀ ਅਸੀਂ ਸੇਵਾ ਕਰਦੇ ਹਾਂ ਉਹ ਮਹਾਂਪੁਰਖਾਂ ਅਚਨਚੇਤ ਜਦੋਂ ਮੈਂ ਬਰਤਨ ਦੀ ਸੇਵਾ ਕਰ ਰਹੀ ਸੀ ਤਾਂ ਬਰਤਨਾਂ ਦੀ ਸਫਾਈ ਦੇ ਸਮੇਂ ਉਹਨਾਂ ਮਹਾਂਪੁਰਖਾਂ ਨੇ ਬੜੀ ਕਾਹਲੀ ਦੇ ਨਾਲ ਮੇਰੇ ਕੋਲ ਆ ਕੇ ਮੈਨੂੰ ਇਹ ਗੱਲ ਕਹੀ ਸੀ ਕਿ ਬੀਬਾ ਇਹ ਬਰਤਨ ਮਾਂਜਣੇ ਹੁਣੇ ਬੰਦ ਕਰ ਦੇ ਅਤੇ ਛੇਤੀ ਨਾਲ ਘਰ ਜਾ ਕੇ ਹੈ ਨਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਖੰਡ ਪਾਠ ਸ਼ੁਰੂ ਕਰਾ। ਕਹਿੰਦੇ ਵੀ ਮੈਂ ਉਹਦੇ ਬਾਰੇ ਕੋਈ ਪੁੱਛਿਆ ਨਹੀਂ ਗਾ, ਕਿਉਂਕਿ ਮੈਂ ਤਾਂ 7 ਬਚਨਾਂ ਦੀ ਧਾਰਨੀ ਆ ਜੋ ਮਹਾਂਪੁਰਖਾਂ ਨੇ ਕਹਿ ਦਿੱਤਾ ਹੈਗਾ ਉਹ 7 ਬਚਨ ਕਰਕੇ ਮੰਨ ਲਿਆ ਸੀਗਾ। ਇਸ ਕਰਕੇ ਸ਼ਾਮ ਨੂੰ ਅਖੰਡ ਪਾਠ ਸਾਹਿਬ ਦਾ ਪ੍ਰਬੰਧ ਕੀਤਾ ਗਿਆ ਅਤੇ ਤਕਰੀਬਨ 5 ਵਜੇ ਤੋਂ ਬਾਅਦ ਜਿਹੜਾ ਸੀ ਅਖੰਡ ਪਾਠ ਸ਼ੁਰੂ ਹੋ ਗਿਆ ਹੈ। ਜਦ ਇਹ ਸਾਰੀ ਗੱਲਬਾਤ ਉਹਨਾਂ ਦੀ ਮਾਤਾ ਨੇ ਉਹਦੇ ਆਪਣੇ ਲੜਕੇ ਨੂੰ ਦੱਸੀ ਤਾਂ ਫਿਰ ਉਹ ਲੜਕਾ ਕਹਿਣ ਲੱਗਾ, ਕਹਿੰਦਾ ਮਾਤਾ ਕਮਾਲ ਹੈ ਮਹਾਂਪੁਰਖਾਂ ਦੀ, ਅਤੇ ਇੱਧਰ ਜਿਹੜੀ ਮੇਰੇ ਨਾਲ ਘਟਨਾ ਹੋਈ ਉਹ ਮੈਂ ਵੀ ਤੈਨੂੰ ਦੱਸਦਾ ਹੈਗਾ ਕਿ ਮਹਾਂਪੁਰਖਾਂ ਨੇ ਅਖੰਡ ਪਾਠ ਰੱਖਣ ਵਾਸਤੇ ਕਿਉਂ ਆਖਿਆ ਸੀਗਾ। ਤਾਂ ਫਿਰ ਉਹਦੀ ਮਾਤਾ ਕਹਿਣ ਲੱਗੇ ਕਿ ਦੱਸੋ ਕੀ ਗੱਲ ਹੋਈ। ਤਾਂ ਫਿਰ ਉਹਦੇ ਪੁੱਤਰ ਨੇ ਆਖਿਆ ਸੀਗਾ, ਕਹਿੰਦੇ ਮਾਤਾ ਜੀ ਜਦੋਂ ਮੈਂ ਅੱਜ ਆਪਣੇ ਪਾਇਲਟ ਉਸਤਾਦ ਦੇ ਨਾਲ ਜਦ ਪਹਿਲੀ ਵਾਰ ਜਿਹੜੀ ਸੀ ਉਡਾਨ ਭਰੀ ਸੀ ਉੱਪਰ, ਅਤੇ ਮੈਂ ਜਦ ਜਹਾਜ਼ ਲੈ ਕੇ ਆਕਾਸ਼ ਦੇ ਵਿੱਚ ਗਿਆ ਸੀਗਾ ਅਤੇ ਮੇਰਾ ਉਸਤਾਦ ਮੈਨੂੰ ਜਹਾਜ਼ ਚਲਾਉਣ ਦੇ ਸਾਰੇ ਜਿਹੜੇ ਗੁਣ ਸੀਗਾ ਜਦੋਂ ਸਿਖਾ ਰਿਹਾ ਸੀ, ਅਚਨਚੇਤ ਸਾਡੇ ਜਹਾਜ਼ ਨੂੰ ਅੱਗ ਲੱਗ ਗਈ। ਜਦੋਂ ਕਹਿੰਦੇ ਅੱਗ ਲੱਗ ਗਈ, ਅੱਗ ਲੱਗਣ ਤੋਂ ਬਾਅਦ ਸਾਰਾ ਜਹਾਜ਼ ਅੱਗ ਦੀ ਲਪੇਟ ਦੇ ਵਿੱਚ ਆ ਗਿਆ, ਪਰ ਉਸ ਟਾਈਮ ਸਾਨੂੰ ਸੁਝਿਆ ਨਹੀਂ ਕੁਛ ਵੀ ਹੁਣ ਕੀ ਕੀਤਾ ਜਾਵੇ। ਪਰ ਅਚਨਚੇਤ ਜਿਸ ਜਗ੍ਹਾ ਅਸੀਂ ਬੈਠੇ ਸੀਗੇ ਯਕਦਮ ਮਨ ਨੇ ਜਿਹੜਾ ਸੀਗਾ ਉਹ ਦਿਮਾਗ ਨੇ ਅੰਦਰੋਂ ਕੰਮ ਕੀਤਾ। ਅਸੀਂ ਜਿਹੜੀਆਂ ਅਸੀਂ ਆਪਣੀਆਂ ਸੀਟਾਂ ਦੇ ਥੱਲੇ ਰੱਖੀਆਂ ਛਤਰੀਆਂ ਪੈਰਾਸ਼ੂਟ ਵਾਲੀਆਂ ਉਹ ਫਟਫਟ ਆਪਣੇ ਨਾਲ ਬੰਨ੍ਹ ਕੇ ਤੇ ਜਹਾਜ਼ ਤੋਂ ਜਿਹੜੀ ਸੀ ਛਾਲਾਂ ਮਾਰ ਦਿੱਤੀਆਂ। ਜਦੋਂ ਕਹਿੰਦੇ ਅਸੀਂ ਛਾਲਾਂ ਮਾਰੀਆਂ, ਛਾਲਾਂ ਮਾਰਨ ਦੇ ਨਾਲ ਅਸੀਂ ਕੀ ਦੇਖਿਆ ਕਿ ਜਹਾਜ਼ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਚੁੱਕਾ ਸੀਗਾ ਅਤੇ ਅਸੀਂ ਉਸ ਪੈਰਾਸ਼ੂਟ ਰਾਹੀਂ ਜਿਹੜੀ ਸੀ ਜਦ ਛਾਲਾਂ ਮਾਰ ਕੇ ਬਾਹਰ ਨਿਕਲੇ ਤਾਂ ਅਸੀਂ ਵਾਲ ਬਚ ਗਏ ਆ। ਪਰ ਉਸ ਜਹਾਜ਼ ਦੇ ਵਿੱਚ ਬਚਣ ਦੀ ਕੋਈ ਉਮੀਦ ਨਹੀਂ ਸੀ, ਕਿਉਂਕਿ ਜਹਾਜ਼ ਨੂੰ ਅੱਗ ਜਿਹੜੀ ਸੀ ਉਹ ਯਕਦਮ ਪੈ ਗਈ ਸੀਗੀ। ਜਦ ਉਸ ਮਾਤਾ ਦੇ ਲੜਕੇ ਨੇ ਬੇਟੇ ਨੇ ਜਦ ਇਹ ਸਾਰੀ ਘਟਨਾ ਆਪਣੀ ਮਾਤਾ ਨਾਲ ਸਾਂਝੀ ਕੀਤੀ ਸੀਗੀ ਤਾਂ ਉਹਦੀ ਮਾਤਾ ਇਹ ਸੁਣ ਕੇ ਫਿਰ ਜ਼ਾਰ ਰੋਈ ਸੀ ਅਤੇ ਉਹ ਕਹਿਣ ਲੱਗੀ ਸੀ ਕਿ ਮੇਰਾ ਇੱਕੋ ਇੱਕ ਬੇਟਾ ਹੈਗਾ, ਪਰ ਕਿਵੇਂ ਮਹਾਂਪੁਰਖਾਂ ਨੇ ਨੂੰ ਇਸ ਘਟਨਾ ਦਾ ਪਹਿਲੇ ਪਤਾ ਲੱਗ ਗਿਆ ਸੀਗਾ ਕਿ ਜਿਸ ਜਹਾਜ਼ ਦੇ ਵਿੱਚ ਮੇਰਾ ਬੇਟਾ ਕੰਮ ਕਰ ਰਿਹਾ ਹੈ ਉਹ ਜਹਾਜ਼ ਕਰੈਸ਼ ਹੋ ਜਾਣਾ ਹੈਗਾ, ਅਤੇ ਇਸ ਕਰਕੇ ਇਸ ਜਹਾਜ਼ ਕਰੈਸ਼ ਤੋਂ ਬਚਣ ਵਾਸਤੇ ਹੀ ਮਹਾਂਪੁਰਖਾਂ ਮੈਨੂੰ ਅਖੰਡ ਪਾਠ ਕਰਨ ਵਾਸਤੇ ਜਲਦੀ ਦੇ ਨਾਲ ਆਖਿਆ ਸੀਗਾ। ਸੋ ਫਿਰ ਉਹ ਮਾਤਾ ਕਹਿੰਦੀ ਸੀ ਕਿ ਅਸੀਂ ਹੁਣੇ ਸੰਗਤ ਨੂੰ ਲੰਗਰ ਪਾਣੀ ਛਕਾ ਕੇ ਮਹਾਂਪੁਰਖਾਂ ਦੇ ਚਰਨਾਂ 'ਚ ਜਾ ਕੇ ਉਹਨਾਂ ਦਾ ਧੰਨਵਾਦ ਕਰਨ ਜਾਵਾਂਗੇ। ਉਸ ਤੋਂ ਬਾਅਦ ਦੇਖੋ ਜਦ ਸਾਰੀ ਸੰਗਤ ਨੇ ਲੰਗਰ ਪਾਣੀ ਛਕਿਆ ਸੀਗਾ, ਉਸ ਤੋਂ ਬਾਅਦ ਉਹ ਪਰਿਵਾਰ ਜਿਹੜਾ ਸੀ ਉਹ ਮਹਾਂਪੁਰਖਾਂ ਦੇ ਪਾਸ ਰਾਤ ਨੂੰ ਪਹੁੰਚਿਆ। ਜਦ ਪਹੁੰਚਿਆ ਹੈਗਾ ਤਾਂ ਉਸ ਤੋਂ ਬਾਅਦ ਸੇਵਕ ਤੋਂ ਆਗਿਆ ਮੰਗੀ ਅਤੇ ਮਹਾਂਪੁਰਖਾਂ ਨੇ ਅੰਦਰ ਬੁਲਾਇਆ। ਤਾਂ ਉਹ ਪਰਿਵਾਰ ਨੇ ਬੜੇ ਨਿਮਰਤਾ ਭਾਵ ਦੇ ਨਾਲ ਮਹਾਂਪੁਰਖਾਂ ਦੇ ਚਰਨਾਂ 'ਚ ਮੱਥਾ ਟੇਕਿਆ
ਤੇ ਟੇਕੇ ਸਾਰੀ ਘਟਨਾ ਸੀ ਉਹ ਮਹਾਂਪੁਰਖਾਂ ਨਾਲ ਸਾਂਝੀ ਕੀਤੀ। ਜਦ ਸਾਂਝੀ ਕੀਤੀ ਤਾਂ ਮਹਾਂਪੁਰਖਾਂ ਨੇ ਹੋਰ ਕੋਈ ਵੀ ਬਚਨ ਨਹੀਂ ਜ਼ਿਆਦਾ ਕੀਤਾ, ਸਿਰਫ ਇੰਨਾ ਕੀਤਾ ਹੈ ਕਿ ਬੀਬਾ ਭਲਾ ਹੋ ਗਿਆ ਹੈ, ਬਸ ਭਲਾ ਹੋ ਗਿਆ ਹੈ। ਸੋ ਉਹਨਾਂ ਨੇ ਸਿਰਫ ਭਲਾ ਲਫ਼ਜ਼ ਹੀ ਵਰਤਿਆ ਸੀਗਾ, ਹੋਰ ਕਿਸੇ ਗੱਲ ਦੇ ਉੱਤੇ ਕੋਈ ਵੀ ਜਿਹੜੀ ਸੀ ਉਹ ਟਿੱਪਣੀ ਨਹੀਂ ਕੀਤੀ। ਇਹ ਕਰਨ ਤੋਂ ਬਾਅਦ ਫਿਰ ਉਹ ਜਿਹੜਾ ਪਰਿਵਾਰ ਸੀਗਾ ਵਾਪਸ ਆ ਗਿਆ। ਸੋ ਕਹਿਣ ਤੋਂ ਭਾਵ ਇਹ ਆ ਕਿ ਜਿਹੜੇ ਪੂਰਨ ਮਹਾਂਪੁਰਖ ਹੁੰਦੇ ਆ, ਇਹੋ ਜਿਹੇ ਮਹਾਂਪੁਰਖਾਂ ਨੂੰ ਆਉਣ ਵਾਲੀਆਂ ਸਾਰੀਆਂ ਘਟਨਾਵਾਂ ਦਾ ਪਹਿਲੇ ਹੀ ਗਿਆਨ ਹੋ ਜਾਂਦਾ ਹੈਗਾ। ਸੋ ਕਿਵੇਂ ਉਹ ਆਪਣੇ ਸੇਵਕਾਂ ਨੂੰ ਇਹਨਾਂ ਜੋ ਦੁਰਲੱਭ ਘਟਨਾਵਾਂ ਹੁੰਦੀਆਂ ਹਨ ਜਿਨ੍ਹਾਂ ਦੇ ਨਾਲ ਉਹਨਾਂ ਦੇ ਸੇਵਕਾਂ ਦਾ ਜਿਹੜਾ ਹੈਗਾ ਉਹ ਜੀਵਨ ਖਤਰੇ ਦੇ ਵਿੱਚ ਪੈ ਜਾਂਦਾ ਹੈ, ਅਤੇ ਉਸ ਤੋਂ ਬਚਾਉਣ ਵਾਸਤੇ ਮਹਾਂਪੁਰਖ ਕਿਵੇਂ ਉਸ ਘਟਨਾ ਦੇ ਵਿੱਚੋਂ ਆਪਣੇ ਸੇਵਕਾਂ ਨੂੰ ਬੜੇ ਸਹਿਜ ਭਾਵ ਦੇ ਨਾਲ ਕੱਢ ਲੈਂਦੇ ਆ। ਪਰ ਉਹਨਾਂ ਨੂੰ ਇਹ ਪਤਾ ਹੈਗਾ ਕਿ ਜਿਹੜੀ ਗੁਰਬਾਣੀ ਹੈਗੀ ਆ, ਇਹ ਗੁਰਬਾਣੀ ਦਾ ਜਿਹੜਾ ਨੇਮ ਹੈ ਇਹ ਉਸ ਘਟਨਾ ਚੱਕਰ ਨੂੰ ਕਿਵੇਂ ਉਸ ਚੱਕਰਵਿਊਹ ਦੇ ਵਿੱਚੋਂ ਬਾਹਰ ਕੱਢ ਦਿੰਦਾ ਹੈ। ਇਸੇ ਕਰਕੇ ਇਹ ਗਿਆਨ ਕੇਵਲ ਅਤੇ ਕੇਵਲ ਪੂਰਨ ਮਹਾਂਪੁਰਖਾਂ ਨੇ ਹੁੰਦਾ ਹੈਗਾ। ਸੋ ਇਹ ਜਿਹੜੀ ਗੁਰਬਾਣੀ ਹੈ, ਜਿਨ੍ਹਾਂ ਮਹਾਂਪੁਰਖਾਂ ਨੂੰ ਇਹਦੀ ਮਹਿਮਾ ਦਾ ਅਪਰੰਪਾਰ ਪੂਰਾ ਗਿਆਨ ਹੁੰਦਾ ਹੈ, ਸੋ ਉਹ ਇਸ ਗੁਰਬਾਣੀ ਦਾ ਓਟ ਆਸਰਾ ਦਵਾ ਕੇ ਆਪਣੇ ਸੇਵਕਾਂ ਨੂੰ ਉਸ ਸੰਕਟ ਦੀ ਘੜੀ ਦੇ ਵਿੱਚੋਂ ਬਾਹਰ ਕੱਢ ਲੈਂਦੇ ਆ, ਅਤੇ ਬਾਹਰ ਕੱਢਣ ਤੋਂ ਬਾਅਦ ਆਪਣੇ ਸੇਵਕਾਂ ਦੀ ਪੂਰੀ ਲਾਜ ਪਤ ਰੱਖਦੇ ਆ। ਸੋ ਇਹੋ ਜਿਹੇ ਜਿਹੜੇ ਸਾਧੂ ਮਹਾਤਮਾ ਹੁੰਦੇ ਆ ਉਹ ਸੰਸਾਰ ਦੇ ਵਿੱਚ ਬੜੇ ਬਿਰਲੇ ਹੁੰਦੇ ਆ। ਕੋਈ ਐਸਾ ਸਾਧੂ ਹੁੰਦਾ ਹੈਗਾ ਜਿਹੜਾ ਇਸ ਪੂਰਨ ਪਦਵੀ 'ਤੇ ਪਹੁੰਚਾ ਹੁੰਦਾ ਹੈ, ਅਤੇ ਇਹੋ ਜਿਹੇ ਸਾਧੂ ਆਪਣਾ ਆਪ ਨਾ ਜਣਾਉਂਦੇ ਹੋਏ ਇਸ ਸੰਸਾਰ ਦੇ ਵਿੱਚੋਂ ਅਛੋਪਲੇ ਹੀ ਆਪਣੇ ਕਾਰਜਾਂ ਨੂੰ ਇਲਜ਼ਾਮ ਦੇ ਕੇ ਅਤੇ ਜੋ ਸੰਸਾਰ ਦੀ ਵਾਹਵਾ ਹੈਗੀ ਆ ਉਸ ਤੋਂ ਪਰੇ ਰਹਿੰਦੇ ਆ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਵਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।